ਵੈਲਕਮ ਟੂ ਲਵ ਇੰਸਪਾਇਰ ਚੈਨਲ। ਦੋਸਤੋ, ਅਸੀਂ ਹਮੇਸ਼ਾ ਸੇਵਿੰਗ ਦੀ ਗੱਲ ਕਰਦੇ ਹਾਂ ਜਾਂ ਫਿਰ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ। ਅਸੀਂ ਉਸ ਹਿੱਸੇ ਦੀ ਗੱਲ ਨਹੀਂ ਕਰਦੇ ਜੋ ਕਿ ਸਾਡੀ ਮਿਹਨਤ ਦੇ ਕਮਾਏ ਹੋਏ ਪੈਸੇ ਨੂੰ ਇੱਕ ਵਾਰ ਵਿੱਚ ਹੀ ਖਾ ਸਕਦੀ ਹੈ। ਐਮਰਜੈਂਸੀ ਕੰਡੀਸ਼ਨਸ, ਜਿਵੇਂ ਕਿ ਮੈਡੀਕਲ ਐਮਰਜੈਂਸੀ ਹੋਣਾ, ਇਹ ਸਿਚੁਏਸ਼ਨ ਕਦੇ ਵੀ ਸਾਡੇ ਉੱਪਰ ਬਣ ਸਕਦੀ ਹੈ ਤੇ ਜੋ ਪੈਸੇ ਸਾਡੇ ਕਮਾਏ ਹੁੰਦੇ ਨੇ ਉਹ ਇੱਕ ਵਾਰ ਵਿੱਚ ਹੀ ਲੈ ਜਾਂਦੀ ਹੈ। ਕਿਵੇਂ ਬਚ ਸਕਦੇ ਹਾਂ ਅਸੀਂ ਇਸ ਮੁਸੀਬਤ ਤੋਂ? ਕਾਰ ਜਾਂ ਬਾਈਕ ਦੀ ਇੰਸ਼ੋਰੈਂਸ ਸਾਨੂੰ ਕਰਵਾਉਣੀ ਪੈਂਦੀ ਹੈ ਕਿਉਂਕਿ ਗਵਰਨਮੈਂਟ ਦੇ ਰੂਲ ਨੇ। ਇਹੀ ਰੂਲ ਸਾਡੀ ਲਾਈਫ ਤੇ ਵੀ ਅਪਲਾਈ ਹੋਣੇ ਚਾਹੀਦੇ ਨੇ। ਲਾਈਫ ਇੰਸ਼ੋਰੈਂਸ ਔਰ ਮੈਡੀਕਲ ਇੰਸ਼ੋਰੈਂਸ ਲਾਜ਼ਮੀ ਹੋਣੀ ਚਾਹੀਦੀ ਹੈ। ਐਟਲੀਸਟ ਜੋ ਫੈਮਿਲੀ ਮੈਂਬਰਸ ਵਰਕਿੰਗ ਕਰਦੇ ਨੇ ਉਹਨਾਂ ਦੀ ਤਾਂ ਲਾਜ਼ਮੀ, ਪਰ ਪੂਰੀ ਫੈਮਿਲੀ ਦੀ ਇੰਸ਼ੋਰੈਂਸ ਇੱਕ ਅਜਿਹਾ ਸੇਫਟੀ ਫੀਚਰ ਹੈ ਜਿਸ ਦਾ ਬਹੁਤ ਵੱਡਾ ਫਾਇਦਾ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਹੈ। ਦੋਸਤੋ, ਇੱਕ ਛੋਟੀ ਜਿਹੀ ਕਹਾਣੀ ਨਾਲ ਸਮਝਦੇ ਹਾਂ ਕਿ ਲਾਈਫ ਇੰਸ਼ੋਰੈਂਸ ਤੇ ਮੈਡੀਕਲ ਇੰਸ਼ੋਰੈਂਸ ਦਾ ਅਸੀਂ ਕਿਵੇਂ ਫਾਇਦਾ ਲੈ ਸਕਦੇ ਹਾਂ। ਇਹ ਕਹਾਣੀ ਹੈ ਕਮਲਜੀਤ ਦੀ। ਕਮਲਜੀਤ ਆਪਣੀ ਫੈਮਿਲੀ ਦੇ ਨਾਲ ਕੁੱਲੂ ਮਨਾਲੀ ਜਾਂਦਾ ਹੈ ਤੇ ਉਹ ਆਪਣੀ ਟ੍ਰਿਪ ਨੂੰ ਇੰਜੋਏ ਕਰਦੇ ਹੋਏ ਆਪਣੀ ਕਾਰ ਵਿੱਚ ਵਾਪਸ ਆ ਰਿਹਾ ਸੀ, ਪਰ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਕਾਰ ਬੁਰੀ ਤਰ੍ਹਾਂ ਦੇ ਨਾਲ ਕ੍ਰੈਸ਼ ਹੋ ਜਾਂਦੀ ਹੈ। ਐਕਸੀਡੈਂਟ ਵਿੱਚ ਉਸਦੀ ਫੈਮਿਲੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ, ਪਰ ਕਮਲਜੀਤ ਦੀ ਜਾਨ ਚਲੇ ਜਾਂਦੀ ਹੈ। ਕਮਲਜੀਤ ਨੇ ਲਾਈਫ ਇੰਸ਼ੋਰੈਂਸ 7500 ਰੁਪਏ ਪ੍ਰੀਮੀਅਮ ਤੇ ਲਿੱਤੀ ਹੋਈ ਸੀ, ਜਿਸ ਦਾ ਕਵਰੇਜ 1 ਕਰੋੜ ਦਾ ਸੀ ਤੇ ਡੈਥ ਤੋਂ ਬਾਅਦ 1 ਕਰੋੜ ਉਸਦੀ ਫੈਮਿਲੀ ਨੂੰ ਮਿਲ ਜਾਂਦੇ ਨੇ ਤੇ ਉਸਦੀ ਵਾਈਫ ਨੂੰ ਬੱਚਿਆਂ ਵਾਸਤੇ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤੇ ਦੂਸਰੇ ਪਾਸੇ ਕਮਲਜੀਤ ਨੇ ਪੂਰੀ ਫੈਮਿਲੀ ਦੀ ਮੈਡੀਕਲ ਇੰਸ਼ੋਰੈਂਸ 5000 ਰੁਪਏ ਪ੍ਰੀਮੀਅਮ ਤੇ 5 ਲੱਖ ਰੁਪਏ ਦੇ ਕਵਰ ਦੀ ਪਾਲਿਸੀ ਲਿੱਤੀ ਹੋਈ ਸੀ, ਜਿਸ ਦੇ ਨਾਲ ਉਸਦੀ ਫੈਮਿਲੀ ਨੂੰ ਫਾਈਨੈਂਸ਼ੀਅਲ ਬਰਡਨ ਦਾ ਸਾਹਮਣਾ ਨਹੀਂ ਕਰਨਾ ਪਿਆ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਵਿੱਚ ਟੈਕਸ ਸੇਵਿੰਗ ਜਾਂ ਇਨਕਮ ਟੈਕਸ ਨੂੰ ਕੈਲਕੂਲੇਟ ਨਹੀਂ ਕੀਤਾ ਗਿਆ। ਜੇਕਰ ਟੈਕਸ ਸੇਵਿੰਗ ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ। ਦੂਸਰੀ ਕਹਾਣੀ ਹੈ ਗੁਰਜੰਟ ਸਿੰਘ ਦੀ। ਗੁਰਜੰਟ ਇੱਕ MNC ਕੰਪਨੀ ਵਿੱਚ ਪਿਛਲੇ 15 ਸਾਲ ਤੋਂ 35000 ਰੁਪਏ ਮੰਥਲੀ ਸੈਲਰੀ ਤੇ ਕੰਮ ਕਰ ਰਿਹਾ ਸੀ ਤੇ ਪਾਰਟ ਟਾਈਮ ਵਿੱਚ ਉਹ ਟ੍ਰੇਡਿੰਗ ਤੋਂ ਮੰਥਲੀ 20 ਤੋਂ 25000 ਬਣਾ ਰਿਹਾ ਸੀ। ਉਸਨੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ 50-30-20 ਰੂਲ ਦੇ ਨਾਲ ਕੀਤੀ ਸੀ। ਮਤਲਬ ਉਸਦੀ ਇਨਕਮ ਦਾ 50% ਜੋ ਕਿ 30000 ਰੁਪਏ ਐਕਸਪੈਂਸ ਤੇ ਸਪੈਂਡ ਕਰਦਾ ਸੀ, ਇਨਕਲੂਡ ਇੰਸ਼ੋਰੈਂਸ ਪਾਲਿਸੀ, ਔਰ 30% ਜੋ ਕਿ 14000 ਸੇਵਿੰਗਸ ਔਰ ਸ਼ਾਪਿੰਗ ਤੇ ਇਨਵੈਸਟ ਕਰਦਾ ਸੀ ਤੇ 20% 10000 ਹਿਸਾਬ ਨਾਲ ਮਿਊਚੁਅਲ ਫੰਡ ਵਿੱਚ ਇਨਵੈਸਟ ਕਰ ਰਿਹਾ ਸੀ। ਉਸਦੀ ਇਨਕਮ ਹਰ ਇੱਕ ਸਾਲ 5% ਦੇ ਨਾਲ ਗਰੋਥ ਹੁੰਦੀ ਰਹੀ ਤੇ ਉਸਦੀ ਮਿਊਚੁਅਲ ਫੰਡ SIP ਵੀ ਇਨਕਰੀਜ਼ ਹੁੰਦੀ ਰਹੀ। ਸ਼ੁਰੂ ਵਿੱਚ 10000 ਤੇ ਉਸ ਤੋਂ ਬਾਅਦ ਹਰੇਕ ਸਾਲ ਆਪਣੀ SIP ਨੂੰ 500 ਰੁਪਏ ਦੇ ਨਾਲ ਸਟੈਪ ਅਪ ਕਰ ਦਿੰਦਾ। ਇਸ ਤਰੀਕੇ ਨਾਲ 15 ਸਾਲ ਤੱਕ ਕਰਦਾ ਰਿਹਾ ਤੇ ਉਸਨੇ 15 ਸਾਲਾਂ ਵਿੱਚ 12% ਕੰਪਾਊਂਡ ਇੰਟਰਸਟ ਰੇਟ ਦੇ ਨਾਲ 1 ਕਰੋੜ ਰੁਪਏ ਇਕੱਠੇ ਕਰ ਲਿੱਤੇ ਤੇ ਉਸਨੇ 15 ਸਾਲਾਂ ਦੀ ਮਿਹਨਤ ਤੋਂ ਬਾਅਦ ਜੌਬ ਰਿਜ਼ਾਈਨ ਕਰਕੇ ਇੱਕ ਟ੍ਰੇਡਿੰਗ ਫਰਮ ਬਿਜ਼ਨਸ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸਨੇ ਸਿਸਟਮੈਟਿਕਲੀ ਵਿਡਰੋ ਪਲਾਨ ਦੇ ਨਾਲ ਆਪਣੀ ਮਿਊਚੁਅਲ ਫੰਡ ਅਰਨਡ ਮਨੀ ਚੋਂ 70 ਲੱਖ ਰੁਪਏ ਪਲਾਨ ਵਿੱਚ ਪਾ ਦਿੱਤੇ। ਹੁਣ ਉਹ 70 ਲੱਖ ਤੇ ਸਾਲ ਦਾ 8 ਤੋਂ 12% ਅਰਨ ਕਰ ਰਿਹਾ ਹੈ। ਹੁਣ ਉਸਦਾ ਮੰਥਲੀ ਐਕਸਪੈਂਸ ਨੀਅਰਲੀ 75000 ਰੁਪਏ ਮਹੀਨਾ ਹੈ, ਪਰ ਉਹ SW ਪਲਾਨ ਦੀ ਅਰਨਿੰਗ ਚੋਂ ਸਿਰਫ 30000 ਰੁਪਏ ਮਹੀਨਾ ਹੀ ਯੂਜ਼ ਕਰ ਰਿਹਾ ਹੈ। ਹੁਣ ਤੁਸੀਂ ਸੋਚੋਗੇ ਕਿ ਇਹ ਸਾਲ ਦਾ 7 ਲੱਖ ਪ੍ਰੋਫਿਟ 'ਚ ਹੀ ਕਮਾ ਰਿਹਾ ਸੀ, ਪਰ ਸਿਰਫ 30000 ਰੁਪਏ ਹੀ ਮਹੀਨਾ ਯੂਜ਼ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿਉਂ। ਅਸਲ ਵਿੱਚ ਜੇ ਅਸੀਂ 30000 ਦੇ ਹਿਸਾਬ ਨਾਲ ਸਾਲ ਦਾ ਦੇਖੀਏ ਤਾਂ 3,60,000 ਰੁਪਏ ਹੀ ਬਣਦਾ ਹੈ, ਜੋ ਕਿ ਉਸਦੇ SW ਪਲਾਨ ਦੇ ਅਮਾਊਂਟ ਦਾ ਸਿਰਫ 4 ਤੋਂ 5% ਹੀ ਹੈ ਤੇ ਬਾਕੀ ਦਾ ਅਮਾਊਂਟ ਅੱਗੇ ਫਿਰ ਤੋਂ ਗਰੋ ਹੋਣ ਵਾਸਤੇ ਛੱਡ ਦਿੰਦਾ ਹੈ। ਇਸ ਪ੍ਰੋਸੈਸ ਨੂੰ ਸੇਮ ਉਹ 15 ਸਾਲਾਂ ਤੱਕ ਕਰਦਾ ਹੈ ਤੇ ਜੇ ਹੁਣ ਕੈਲਕੂਲੇਟ ਕਰੀਏ ਤਾਂ ਉਸਦੇ 70 ਲੱਖ ਚੋਂ 50 ਲੱਖ ਰੁਪਏ ਉਸਨੇ ਵਿਡਰੋ ਕਰਾਉਣ ਤੋਂ ਬਾਅਦ ਵੀ ਉਸ ਕੋਲ 2 ਕਰੋੜ 68 ਲੱਖ ਰੁਪਏ ਬਣਦੇ ਸੀ। ਹੈ ਨਾ ਕਮਾਲ ਦੀ ਗੱਲ। ਇਸ ਨੂੰ ਕਹਿੰਦੇ ਨੇ ਪਾਵਰ ਆਫ ਕੰਪਾਊਂਡਿੰਗ। ਗੁਰਜੰਟ ਨੇ ਨਾ ਹੀ ਕੇਵਲ ਪੈਸੇ ਦੀ ਸਹੀ ਇਨਵੈਸਟਮੈਂਟ ਕੀਤੀ, ਉਸਨੇ ਆਪਣੇ ਟਾਈਮ ਦੀ ਵੀ ਸਹੀ ਇਨਵੈਸਟਮੈਂਟ ਕਰਕੇ ਆਪਣੀ ਫਾਈਨੈਂਸ਼ੀਅਲ ਪਲਾਨ ਨੂੰ ਸਟਰੋਂਗ ਬਣਾਇਆ ਤੇ ਕਿਸੇ ਲਈ ਕੰਮ ਕਰਨ ਦੀ ਜਗ੍ਹਾ ਉਸਨੇ ਸੈਲਫ ਇੰਪਲੋਇਡ ਬਣ ਕੇ ਆਪਣੀ ਲਾਈਫ ਤੇ ਦੂਸਰਿਆਂ ਨੂੰ ਜੌਬ ਦੇ ਕੇ ਬੈਨੀਫਿਟ ਦਿੱਤਾ। ਸੇਵਿੰਗਸ ਕਿੰਨੀ ਹੋਣੀ ਚਾਹੀਦੀ ਹੈ? ਸਾਡੇ ਪੇਰੈਂਟਸ ਸਾਨੂੰ ਅਕਸਰ ਕਹਿੰਦੇ ਰਹਿੰਦੇ ਨੇ ਕਿ ਬੇਟਾ ਪੈਸੇ ਬਚਾਓ, ਪੈਸੇ ਖਰਚੋ ਨਾ। ਕਿ ਉਹਨਾਂ ਦੀ ਇਹ ਗੱਲ ਕਹਿਣਾ ਸਹੀ ਹੈ? ਗੱਲ ਤਾਂ ਸਹੀ ਹੈ, ਪਰ ਸੇਵਿੰਗਸ ਨਾਲ ਫਾਈਨੈਂਸ਼ੀਅਲ ਗਰੋਥ ਨਹੀਂ ਕੀਤੀ ਜਾ ਸਕਦੀ। ਕਹਿੰਦੇ ਹੈ ਨਾ, ਪੈਸਾ ਪਿਆ ਪਿਆ ਮਿੱਟੀ ਹੀ ਹੋ ਜਾਂਦਾ ਹੈ। ਸੇਵਿੰਗਸ ਕਿੰਨੀ ਚਾਹੀਦੀ ਹੈ
ਚਲੋ ਜਾਣਦੇ ਹਾਂ। ਤੁਹਾਡਾ ਅਗਰ ਮੰਥਲੀ ਐਕਸਪੈਂਸ 30,000 ਰੁਪਏ ਹੈ ਤੇ ਸਾਲ ਦਾ 3,60,000 ਹੋਇਆ। ਜੇਕਰ ਤੁਸੀਂ ਫੈਮਿਲੀ ਇੰਸ਼ੋਰੈਂਸ ਕਰਵਾਈ ਹੈ ਤਾਂ ਬਸ ਫਿਰ 1 ਸਾਲ ਦੀ ਸੇਵਿੰਗਸ ਅਕਾਊਂਟ ਵਿੱਚ ਹੋਣਾ ਹੀ ਬਹੁਤ ਹੈ। ਇਨਵੈਸਟਮੈਂਟ ਤੇ ਸ਼ੌਂਕ ਦੀਆਂ ਚੀਜ਼ਾਂ ਆਪਣੀ 1 ਸਾਲ ਦੀ ਸੇਵਿੰਗ ਤੋਂ ਬਾਅਦ ਹੀ ਕਰਨੀਆਂ ਚਾਹੀਦੀਆਂ ਨੇ। ਕੀ ਸਾਨੂੰ ਲੋਨ ਲੈਣਾ ਚਾਹੀਦਾ ਹੈ? ਅਸੀਂ ਅਕਸਰ ਸੁਣਦੇ ਹਾਂ ਕਿ ਕਰਜ਼ੇ ਤੋਂ ਜਿੰਨਾ ਬਚ ਸਕਦੇ ਹੋ ਬਚੋ। ਇਹ ਗੱਲ ਵੈਸੇ ਸਹੀ ਵੀ ਹੈ, ਪਰ ਜੇ ਮੈਂ ਕਹਾਂ ਕਿ ਲੋਨ ਲੈਣਾ ਕੋਈ ਮਾੜੀ ਗੱਲ ਨਹੀਂ, ਸਗੋਂ ਇੱਕ ਓਪਰਚੁਨਿਟੀ ਹੈ। ਆਓ ਜਾਣਦੇ ਹਾਂ ਕਿਵੇਂ। ਲੋਨ ਕਦੇ ਵੀ ਲਾਇਬਿਲਿਟੀਜ਼ ਵਾਸਤੇ ਨਹੀਂ ਲੈਣਾ ਚਾਹੀਦਾ। ਲਾਇਬਿਲਿਟੀਜ਼ ਤੋਂ ਭਾਵ ਜਿਸ ਚੀਜ਼ ਤੋਂ ਤੁਹਾਨੂੰ ਕੋਈ ਵੀ ਕਮਾਈ ਨਾ ਹੋ ਰਹੀ ਹੋਵੇ ਤੇ ਉਲਟਾ ਤੁਹਾਡੀ ਜੇਬ ਤੋਂ ਖਰਚਾ ਲੱਗ ਰਿਹਾ ਹੋ। ਹੁਣ ਜੇਕਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਡਾ ਈਅਰਲੀ ਪ੍ਰੋਫਿਟ 30 ਤੋਂ 40% ਹੈ ਤੇ ਤੁਹਾਡੇ ਵਾਸਤੇ ਲੋਨ ਇੱਕ ਚੰਗੀ ਓਪਰਚੁਨਿਟੀ ਹੈ ਜਿਸ ਦੇ ਨਾਲ ਤੁਸੀਂ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ। ਦੂਸਰਾ ਪਲਾਨ ਉਹਨਾਂ ਲੋਕਾਂ ਲਈ ਜੋ ਰਿਸਕ ਲੈਣਾ ਪਸੰਦ ਕਰਦੇ ਨੇ ਔਰ ਹਮੇਸ਼ਾ ਇੱਕ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਨੇ। ਫੋਰ ਐਗਜ਼ਾਮਪਲ, ਜੇਕਰ ਕੋਈ 30 ਲੱਖ ਦੀ ਰੈਂਟਲ ਇਨਕਮ ਵਾਲੀ ਪ੍ਰਾਪਰਟੀ ਤੁਹਾਨੂੰ 22 ਤੋਂ 23 ਲੱਖ ਦੀ ਮਿਲਦੀ ਹੋਵੇ ਤੇ ਜਿਸ ਤੇ ਤੁਸੀਂ ਲੋਨ 9 ਤੋਂ 10% ਇੰਟਰਸਟ ਰੇਟ ਦੇ ਨਾਲ ਲੈ ਲਵੋ ਤੇ ਤੁਹਾਡਾ ਟਾਰਗੇਟ ਉਸ ਪ੍ਰਾਪਰਟੀ ਤੋਂ ਰੈਂਟਲ ਇਨਕਮ ਦਾ 5 ਤੋਂ 7% ਹੀ ਹੋਵੇ। ਫੋਰ ਐਗਜ਼ਾਮਪਲ, ਤੁਸੀਂ ਲੋਨ ਕਰਵਾਇਆ 22 ਲੱਖ ਤੇ 20 ਸਾਲ ਵਾਸਤੇ। ਇਸ ਦੀ ਮੰਥਲੀ EMI 20,000 ਰੁਪਏ ਬਣਦੀ ਹੈ ਤੇ ਤੁਹਾਡਾ ਰੈਂਟਲ ਇਨਕਮ ਦਾ ਟਾਰਗੇਟ 6% ਦੇ ਹਿਸਾਬ ਨਾਲ 15,000 ਰੁਪਏ ਬਣਦਾ ਹੈ। ਪਰ ਤੁਸੀਂ ਸੋਚੋਗੇ ਕਿ ਹਜੇ ਵੀ ਆਪਣੀ ਜੇਬ ਤੋਂ 5,000 ਰੁਪਏ ਪਾ ਕੇ EMI ਪੇ ਕਰਨੀ ਪੈ ਰਹੀ ਹੈ, ਪਰ ਅਸਲ ਵਿੱਚ ਮਹਿੰਗਾਈ ਦੇ ਨਾਲ ਰੈਂਟ ਵੀ ਇਨਕਰੀਜ਼ ਹੁੰਦੇ ਨੇ। ਐਵਰੇਜ 8 ਤੋਂ 10% ਈਅਰਲੀ ਰੈਂਟ ਇਨਕਰੀਜ਼ ਹੋਵੇਗਾ। ਪਹਿਲੇ ਸਾਲ 1,500 ਰੁਪਏ ਰੈਂਟ ਇਨਕਰੀਜ਼ ਹੋਵੇਗਾ ਤੇ ਦੂਸਰੇ ਸਾਲ 1,750 ਰੁਪਏ ਤੇ ਤੀਸਰੇ ਸਾਲ ਤੱਕ ਆਉਂਦੇ ਤੁਹਾਡੀ EMI ਰੈਂਟ ਤੋਂ ਹੀ ਨਿਕਲਣੀ ਸ਼ੁਰੂ ਹੋ ਜਾਵੇਗੀ ਤੇ ਕੁਝ ਮਹੀਨਿਆਂ ਦੇ ਬਾਅਦ ਰੈਂਟਲ ਇਨਕਮ EMI ਤੋਂ ਵੀ ਵੱਧ ਜਾਵੇਗੀ ਤੇ ਉਸ ਦੇ ਨਾਲ ਪ੍ਰਾਪਰਟੀ ਦੀ ਵੈਲਿਊ ਵੀ ਵੱਧ ਜਾਵੇਗੀ ਤੇ ਇਸ ਤਰ੍ਹਾਂ ਤੁਹਾਡਾ ਲੋਨ ਈਜ਼ੀਲੀ ਪੇ ਹੋ ਜਾਵੇਗਾ।